ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਆਪਾਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 55 ਤੋਂ ਲੈ ਕੇ 57 ਤੱਕ ਵਿਚਾਰ ਕਰਾਂਗੇ ਜੀ। ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਅਸ਼ਟਪਦੀਆਂ ਵਿੱਚ ਚੱਲ ਰਹੀ ਹੈ ਜੀ। ਫਿਰ ਆਪਾਂ ਤਕਰੀਬਨ ਹਰ ਰੋਜ਼ 2 ਅਸ਼ਟਪਦੀਆਂ 'ਤੇ ਵਿਚਾਰ ਕਰਦੇ ਹਾਂ ਜੀ। ਅਤੇ ਇਹ ਅੱਜ ਅੰਗ 55 ਤੋਂ 57 ਤੱਕ ਫਿਰ 2 ਅਸ਼ਟਪਦੀਆਂ ਹੋ ਜਾਂਦੀਆਂ ਨੇ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਮਨ ਝੂਠੈ ਤਨ ਝੂਠ ਹੈ, ਜਿਹਵਾ ਝੂਠੀ ਹੋਏ। ਮੁਖ ਝੂਠੈ ਝੂਠ ਬੋਲਣਾ, ਕਿਉਂ ਕਰ ਸੂਚਾ ਹੋਏ। ਬਿਨ ਅਬ ਸ਼ਬਦ ਨਾ ਮਾਂਜੀਐ, ਸਾਚੇ ਤੇ ਸੱਚ ਹੋਏ। ਮੁੰਦੇ ਗੁਣਹੀਣੀ ਸੁਖ ਕਹੇ, ਪਿਰ ਰਲਿਆ ਰਸ ਮਾਨਸੀ। ਸਾਚ ਸ਼ਬਦ ਸੁਖ ਨੇਹੇ, ਰਹਾਓ। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਨ ਝੂਠ ਹੈ ਤਨ ਝੂਠ ਹੈ। ਕਹਿੰਦੇ ਜਿਸ ਜੀਵ ਦਾ ਮਨ ਕਹਿੰਦੇ ਵਿਕਾਰਾਂ ਨਾਲ ਝੂਠਾ, ਕਹਿੰਦੇ ਉਹਦਾ ਫਿਰ ਤਨ, ਉਹਦੇ ਜਿਹੜੇ ਗਿਆਨ ਇੰਦਰੇ ਨੇ ਕਹਿੰਦੇ ਉਹ ਵੀ ਵਿਕਾਰਾਂ ਦੇ ਵਿੱਚ ਹੀ ਫਸੇ ਹੁੰਦੇ ਨੇ। ਅਤੇ ਕਹਿੰਦੇ ਫਿਰ ਉਹਦੀ ਜਿਹੜੀ ਜੀਭਾ ਹੁੰਦੀ ਆ, ਜੀਭ ਵੀ ਹੁੰਦੀ ਆ, ਉਹ ਵੀ ਕਈ ਤਰ੍ਹਾਂ ਦੇ ਪਦਾਰਥਾਂ ਦੇ ਰਸਾਂ ਦੇ ਵਿੱਚ ਝੂਠੀ ਹੋਈ ਹੁੰਦੀ ਆ। ਅਤੇ ਉਹਨੂੰ ਝੂਠ ਬੋਲਣ ਦਾ ਵੀ ਕਹਿੰਦੇ ਮਤਲਬ ਸੁਭਾਅ ਉਹਦਾ ਪੈ ਜਾਂਦਾ। ਮੁੱਖ ਝੂਠਾ ਝੂਠ ਬੋਲਣਾ, ਕਹਿੰਦੇ ਜਿਹਦਾ ਮੁੱਖ ਝੂਠਾ ਉਹ ਫਿਰ ਝੂਠ ਹੀ ਬੋਲਦਾ, ਕਿਉਂ ਕਰ ਸੂਚਾ ਹੋਏ। ਕਹਿੰਦੇ ਵੀ ਜਿੱਦਾਂ ਉਹ ਜੇ ਬਾਹਰੋਂ ਕੋਈ ਧਾਰਮਿਕ ਦਿਖਾਵੇ ਦੇ ਵੀ ਕਰਦਾ ਹੈਗਾ ਕਰਮ, ਪਰ ਅੰਦਰੋਂ ਜੇ ਉਹਦਾ ਮਨ ਝੂਠਾ ਹੈਗਾ ਤਾਂ ਇੱਦਾਂ ਬਾਹਰੋਂ ਸਿਰਫ ਧਾਰਮਿਕ ਬਣਨ ਦੇ ਨਾਲ ਉਹ ਸੱਚਾ ਨਹੀਂ ਹੋ ਸਕਦਾ। ਬਿਨ ਅਬ ਸ਼ਬਦ ਨਾ ਮਾਂਜੀਏ, ਸਾਚੇ ਤੇ ਸੱਚ ਹੋਏ। ਕਹਿੰਦੇ ਵੀ ਗੁਰੂ ਦੇ ਸ਼ਬਦ ਪਾਣੀ, ਜਿਹੜਾ ਪਾਣੀ ਰੂਪੀ ਸ਼ਬਦ ਰੂਪੀ ਪਾਣੀ ਆ, ਕਹਿੰਦੇ ਉਹਦੇ ਤੋਂ ਮਾਂਜਣ ਤੋਂ ਬਿਨਾਂ ਜਿਹੜਾ ਮਨ ਆ ਕਹਿੰਦੇ ਵੀ ਉਹ ਸੱਚਾ ਨਹੀਂ ਹੋ ਸਕਦਾ। ਸਾਚੇ ਤੇ ਸੱਚ ਹੋਏ, ਉਹ ਜਿਹੜਾ ਸੱਚਾ ਸ਼ਬਦ ਆ ਨਾ, ਜਦੋਂ ਉਹਦੇ ਨਾਲ ਮਾਂਜਿਆ ਜਾਣਾ ਮਨ, ਫਿਰ ਸੱਚਾ ਹੋਣਾ। ਮੁੰਦੇ ਗੁਣਹੀਣੀ ਸੁਖ ਕਹੇ। ਕਹਿੰਦੇ ਹੇ ਜੀਵ ਇਸਤਰੀ, ਜੇ ਕਹਿੰਦੇ ਪਰਮਾਤਮਾ ਦੇ ਗੁਣਾਂ ਦਾ ਨਿਵਾਸ ਨਹੀਂ ਤੇਰੇ ਮਨ ਦੇ ਵਿੱਚ ਹੋਇਆ, ਪਰ ਆਤਮ ਸੁੱਖ ਮਿਲ ਨਹੀਂ ਸਕਦਾ ਪਰਮਾਤਮਾ ਦੇ ਗੁਣ ਇਕੱਠੇ ਕੀਤੇ ਤੋਂ ਬਿਨਾਂ। ਪਿਰ ਰਲਿਆ ਰਸ ਮਾਨਸੀ, ਸਾਚ ਸ਼ਬਦ ਸੁਖ ਨੇਹੇ, ਰਹਾਓ। ਕਹਿੰਦੇ ਕਿ ਵੀ ਜੋ ਜੀਵ ਇਸਤਰੀ ਸੱਚੇ ਸ਼ਬਦ ਦਾ, ਗੁਰੂ ਦੇ ਸੱਚੇ ਸ਼ਬਦ ਦੇ ਨਾਲ ਪਿਆਰ ਆ, ਕਹਿੰਦੇ ਫਿਰ ਉਹਨੂੰ ਇਹਦੇ ਵਿੱਚ ਸੁੱਖ ਆ, ਅਤੇ ਫਿਰ ਉਹਨੂੰ ਪ੍ਰਭੂ ਪਤੀ ਪਰਮੇਸ਼ਰ ਦਾ ਮਿਲਾਪ ਵੀ ਹੁੰਦਾ ਹੈ। ਪਿਰ ਪਰਦੇਸੀ ਜੇ ਥੀਐ, ਧਨ ਵਾਂਢੀ ਝੂਰੇ। ਜਿਉਂ ਜਲ ਥੋੜ੍ਹੈ ਮਛਲੀ, ਕਰਨ ਪਲਾਵ ਕਰੇ। ਕਹਿੰਦੇ ਜਿਸ ਤਰ੍ਹਾਂ ਵੀ ਇੱਕ ਮੱਛੀ ਆ, ਜੇ ਪਾਣੀ ਥੋੜ੍ਹਾ ਰਹਿ ਜਾਊਗਾ, ਫਿਰ ਜਿੱਦਾਂ ਆਪਾਂ ਦੇਖਦੇ ਨਾ ਵੀ ਉਹ ਤੜਫਦੀ ਆ, ਕਿੰਨੀ ਔਖੀ ਹੁੰਦੀ ਹੈ ਕਿ ਪਾਣੀ ਥੋੜ੍ਹਾ ਰਹਿ ਗਿਆ ਨਾ, ਫਿਰ ਉਹਦਾ ਜੀਣਾ ਮੁਸ਼ਕਿਲ ਹੋ ਜਾਂਦਾ। ਕਹਿੰਦੇ ਇਸ ਤਰ੍ਹਾਂ ਹੀ ਵੀ ਜਿਹੜੀ ਜੀਵ ਇਸਤਰੀ ਆਪਣੇ ਹਿਰਦੇ ਘਰ ਦੇ ਵਿੱਚ ਵਸਦੇ ਹੋਏ ਪਤੀ ਪਰਮੇਸ਼ਰ ਨੂੰ ਨਹੀਂ ਪਹਿਚਾਣਦੀ, ਫਿਰ ਉਹਦੇ ਲਈ ਤਾਂ ਪਰਦੇਸੀ ਹੋ ਗਿਆ ਨਾ, ਉਹਨੂੰ ਪਤਾ ਹੀ ਨਹੀਂ ਕਿ ਮੇਰੇ ਹਿਰਦੇ ਘਰ ਦੇ ਵਿੱਚ ਪਤੀ ਹੈ, ਤਾਂ ਫਿਰ ਉਹ ਦੁਖੀ ਹੁੰਦੀ ਆ। ਪਿਰ ਭਾਵੈ ਸੁਖ ਪਾਈਐ, ਜਾਂ ਆਪੇ ਨਦਰ ਕਰੇ। ਕਹਿੰਦੇ ਵੀ ਜਦੋਂ ਜੀਵ ਇਸਤਰੀ ਉਸ ਪਤੀ ਪਰਮੇਸ਼ਰ ਨੂੰ ਭਾ ਜਾਂਦੀ ਆ, ਕਹਿੰਦੇ ਫਿਰ ਉਹ ਸੁੱਖ 'ਚ ਰਹਿੰਦੀ ਆ, ਅਤੇ ਫਿਰ ਪਤੀ ਪਰਮੇਸ਼ਰ ਉਹਦੇ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਵੀ ਕਰਦਾ। ਪਿਰ ਸਾਲਾਹੀ ਆਪਣਾ, ਸਖੀ ਸਹੇਲੀ ਨਾਲ। ਤਨ ਸੋ ਹੈ ਮਨ ਮੋਹਿਆ, ਰਤੀ ਰੰਗ ਨਿਹਾਲ। ਕਹਿੰਦੇ ਜਿਹੜੀ ਜੀਵ ਇਸਤਰੀ ਸਤਸੰਗ ਵਿੱਚ ਬੈਠ ਕੇ ਦੂਜੀਆਂ
ਸਖੀਆਂ ਦੇ ਨਾਲ, ਦੂਜੇ ਸੰਗਤ ਦੇ ਵਿੱਚ ਦੂਜੀਆਂ ਜਿਹੜੀਆਂ ਹੈਗੀਆਂ ਪਤੀ ਪਰਮੇਸ਼ਰ ਦੀ ਸਲਾਹਨਾ ਕਰਦੀਆਂ ਨੇ, ਸਿਫਤ ਕਰਦੀਆਂ ਨੇ, ਉਹਨਾਂ ਵਿੱਚ ਬੈਠ ਕੇ ਪਤੀ ਪਰਮੇਸ਼ਰ ਦੀ ਸਿਫਤ ਕਰਦੀ ਆ, ਸਲਾਹ ਕਰਦੀ ਆ। ਫਿਰ ਕਹਿੰਦੇ ਉਹਦਾ ਜਿਹੜਾ ਤਨ ਆ ਉਹ ਸੋਹਣਾ ਬਣ ਜਾਂਦਾ, ਉਹਦਾ ਮਨ ਵੀ ਸੋਹਣਾ ਬਣ ਜਾਂਦਾ। ਫਿਰ ਉਹ ਪਰਮੇਸ਼ਰ ਪਤੀ ਦੇ ਸੋਹਣੀ ਨਜ਼ਰ ਵਿੱਚ ਆ ਜਾਂਦੀ ਆ, ਉਹਦੇ ਰੰਗ ਵਿੱਚ ਨਿਹਾਲ ਹੋ ਜਾਂਦੀ ਆ। ਸ਼ਬਦ ਸਵਾਰੀ ਸੋਹਣੀ ਪਿਰ ਰਾਵੇ ਗੁਣ ਨਾਲ। ਕਹਿੰਦੇ ਫਿਰ ਉਹ ਸ਼ਬਦ ਦੇ ਵਿੱਚ, ਗੁਰੂ ਦੇ ਸ਼ਬਦ ਦੇ ਵਿੱਚ ਮਤਲਬ ਰੰਗ ਕੇ ਵੀ ਸੰਵਾਰੀ ਜਾਂਦੀ ਆ, ਸੋਹਣੀ ਬਣ ਜਾਂਦੀ ਆ, ਅਤੇ ਉਹਦੇ ਕੋਲ ਫਿਰ ਪਰਮਾਤਮਾ ਦੇ ਗੁਣ ਆ ਜਾਂਦੇ ਨੇ, ਅਤੇ ਇਸ ਤਰ੍ਹਾਂ ਪਰਮਾਤਮਾ ਦਾ ਉਹਨੂੰ ਮਿਲਾਪ ਪ੍ਰਾਪਤ ਹੁੰਦਾ। ਪਰਮਾਤਮਾ ਦੇ ਗੁਣ ਇਕੱਠੇ ਕਰਿਆ। ਕਾਮਨ ਕਾਮ ਨਾ ਆਵਈ ਖੋਟੀ ਅਵਗਣਿਆਰ। ਕਹਿੰਦੇ ਜੋ ਜੀਵ ਇਸਤਰੀ ਨੇ ਪਰਮਾਤਮਾ ਦੇ ਗੁਣ ਨਹੀਂ ਇਕੱਠੇ ਕੀਤੇ, ਗੁਣਾਂ ਤੋਂ ਬਿਨਾਂ ਹੈਗੀ ਆ, ਕਹਿੰਦੇ ਉਹਦਾ ਜਿਹੜਾ ਹੈਗਾ ਇਹ ਜੀਵਨ ਆ ਉਹ ਵਿਰਥਾ ਚਲੇ ਜਾਂਦਾ, ਕਿਸੇ ਕੰਮ ਨਹੀਂ ਆਉਂਦਾ। ਨਾ ਸੁਖ ਪਈਐ ਸਹੁਰੇ ਝੂਠ ਜਲੀ ਵੇਕਾਰ। ਕਹਿੰਦੇ ਜੋ ਔਗਣਵੰਤੀ ਜੀਵ ਆ ਜਿਹੜਾ, ਜਿਹਨੇ ਗੁਣ ਨਹੀਂ ਇਕੱਠੇ ਕੀਤੇ ਪਰਮਾਤਮਾ ਦੇ, ਉਹਨੂੰ ਕਹਿੰਦੇ ਨਾ ਇਸ ਲੋਕ ਦੇ ਵਿੱਚ ਸੁੱਖ ਆ, ਨਾ ਉਹਨੂੰ ਪਰਲੋਕ ਦੇ ਵਿੱਚ ਸੁੱਖ ਆ। ਉਹ ਵਿਕਾਰਾਂ ਦੇ ਵਿੱਚ ਹੀ ਜਲ ਕੇ ਉਹਦਾ ਜੀਵਨ ਵਿਅਰਥ ਚਲੇ ਜਾਂਦਾ। ਆਵਣ ਵੰਜਨ ਡਾਖੜੋ ਛੋਡੀ ਕੰਤ ਵਿਸਾਰ। ਕਹਿੰਦੇ ਜਿਸ ਜੀਵ ਇਸਤਰੀ ਨੇ ਪ੍ਰਭੂ ਪਰਮਾਤਮਾ ਦੇ ਗੁਣ ਇਕੱਠੇ ਨਹੀਂ ਕੀਤੇ, ਉਹ ਜਨਮ ਮਰਨ ਦੇ ਦੁੱਖ ਦੇ ਵਿੱਚ ਰਹਿੰਦੀ ਆ, ਕਿਉਂਕਿ ਪਰਮਾਤਮਾ ਨੇ ਉਹਨੂੰ ਵਿਸਾਰ ਦਿੱਤਾ ਹੁੰਦਾ, ਪਰਮਾਤਮਾ ਉਹਨੂੰ ਯਾਦ ਨਹੀਂ ਰੱਖਦਾ। ਪਿਰਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਧ। ਕਹਿੰਦੇ ਜਿਹੜੀ ਜੀਵ ਇਸਤਰੀ ਪ੍ਰਭੂ ਪ੍ਰਤੀ ਦੀ ਸੁਹਾਵਣੀ ਨਾਰ ਸੀ, ਸੁਹਾਗਣ ਸੀਗੀ, ਕਹਿੰਦੇ ਉਹ ਹੁਣ ਕਹਿੰਦੇ ਵੀ ਕਿਉਂ ਠੱਗੀ ਗਈ ਵਿਕਾਰਾਂ ਦੇ ਵਿੱਚ, ਕੀ ਹੋ ਗਿਆ ਕਿ ਉਹਨੂੰ ਵਿਕਾਰਾਂ ਨੇ ਠੱਗ ਲਿਆ। ਫਿਰ ਕਹਿੰਦੇ ਨੇ ਪਿਰਕੈ ਕਾਮ ਨ ਆਵਈ ਬੋਲੇ ਫਾਦਲ ਬਾਦ। ਕਹਿੰਦੇ ਉਹ ਹੁਣ ਪਰਮਾਤਮਾ ਦਾ ਨਾਂ ਨਹੀਂ ਲੈਂਦੀ, ਉਹ ਫਜ਼ੂਲ ਦੀਆਂ ਗੱਲਾਂ ਕਰਦੀ ਆ। ਇਸ ਕਰਕੇ ਪਤੀ ਪਰਮੇਸ਼ਰ ਦੇ ਉਹ ਪਸੰਦ ਨਹੀਂ ਗੀ, ਕਿਉਂਕਿ ਉਹ ਪਰਮਾਤਮਾ ਦਾ ਨਾਂ ਨਹੀਂ ਲੈਂਦੀ। ਦਰ ਕਰ ਢੋਈ ਨਾ ਲਹੈ ਛੂਟੀ ਦੂਜੈ ਸਾਧ। ਕਹਿੰਦੇ ਜੋ ਜੀਵ ਇਸਤਰੀ ਮਾਇਆ ਦੇ ਸਵਾਦ ਦੇ ਵਿੱਚ ਰੰਗੀ ਜਾਂਦੀ ਆ, ਤਾਂ ਉਹਨੂੰ ਫਿਰ ਪਰਮਾਤਮਾ ਦੇ ਦਰ ਘਰ ਵਿੱਚ ਢੋਈ ਨਹੀਂ ਮਿਲਦੀ। ਪੰਡਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ। ਅਨ ਕੋ ਮਤੀ ਦੇ ਚੱਲੈ ਮਾਇਆ ਕਾ ਵਪਾਰ। ਕਹਿੰਦੇ ਪੰਡਤਾਂ ਦੀ ਗੱਲ ਕਰਦੇ ਨੇ, ਜਿਹੜੇ ਕਹਿੰਦੇ ਵੀ ਪੰਡਤ ਉਸ ਟਾਈਮ ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ ਕੋਈ ਇਸ ਤਰ੍ਹਾਂ ਦੇ ਪੰਡਤ ਆਏ, ਜਿਨ੍ਹਾਂ ਦਾ ਸਿਰਫ ਕੰਮ ਇਹ ਸੀ ਕਿ ਉਹ ਪੋਥੀਆਂ ਦੀ ਵਿਚਾਰਤਾ ਕਰਦੇ ਨੇ, ਪਰ ਉਹ ਅਸਲੀਅਤ ਨੂੰ, ਜ਼ਿੰਦਗੀ ਦੀ ਨੂੰ ਨਹੀਂ ਸਮਝਦੇ ਕਿ ਮਤਲਬ ਸਾਡਾ ਅਸਲੀ ਜਿਹੜੀ ਸਾਡੀ ਜ਼ਿੰਦਗੀ ਦਾ ਮਕਸਦ ਆ ਉਹ ਕੀ ਆ, ਪਰਮਾਤਮਾ ਦਾ ਨਾਂ ਜਪਣਾ, ਨਾ ਸਿਰਫ ਪੋਥੀਆਂ ਪੜ੍ਹ ਕੇ ਇਹਦੀਆਂ ਵਿਚਾਰਾਂ ਹੀ ਸੁਣਾਉਣੀਆਂ ਨਾ। ਕਹਿੰਦੇ ਪੰਡਤ ਆ ਵੀ ਸਿਰਫ ਪੋਥੀਆਂ ਦੀ ਵਿਚਾਰ ਕਰਦਾ, ਪਰ ਪੋਥੀਆਂ ਜੋ ਅਸਲ 'ਚ ਕਹਿ ਰਹੀਆਂ ਨੇ ਉਹਦਾ ਅਸਲ ਜਿਹੜਾ ਹੈਗਾ ਉਪਦੇਸ਼ ਉਹਨੂੰ ਨਹੀਂ ਸਮਝਦਾ ਹੈਗਾ। ਦੂਜਿਆਂ ਨੂੰ ਤਾਂ ਮੱਤ ਦਿੰਦਾ, ਦੂਜਿਆਂ ਨੂੰ ਮੱਤ ਦੇ ਕੇ ਇਸ ਤਰ੍ਹਾਂ ਮੱਤ ਦੇਣ ਦੇ ਨਾਲ ਇੱਕ ਮਾਇਆ ਦਾ ਉਹਦਾ ਵਪਾਰ ਬਣਿਆ ਹੋਇਆ। ਜਿਸ ਤਰ੍ਹਾਂ ਆਪਾਂ ਵੀ ਕਹਿ ਲਓ ਕਿ ਜਿੱਦਾਂ ਅਸੀਂ ਸਿਰਫ ਪਰਮਾਤਮਾ ਦਾ ਨਾਂ ਲੈਂਦੇ ਹਾਂ, ਪਾਠ ਕਰਦੇ ਹਾਂ, ਪਰ ਅਸੀਂ ਸਿਰਫ ਓਨੀ ਦੇਰ, ਜਿੰਨੀ ਦੇਰ ਪਾਠ ਕਰਦੇ ਹਾਂ ਅਸੀਂ ਪਾਠ ਕਰਦੇ ਹਾਂ, ਬਾਕੀ ਸਾਡਾ ਹੋਰ ਜਿਹੜਾ ਵਿਹਾਰ ਆ ਉਹ ਸਾਡਾ ਨਹੀਂ ਬਦਲਿਆ ਹੋਇਆ, ਉਹ ਸਾਡਾ ਵਿਹਾਰ ਸੱਤ ਦਾ ਨਹੀਂ ਹੈਗਾ। ਅਤੇ ਫਿਰ ਉਹ ਵੀ ਇੱਦਾਂ ਹੋ ਗਿਆ ਕਿ ਅਸਲ ਦੇ ਵਿੱਚ ਫਿਰ ਅਸੀਂ ਜ਼ਿੰਦਗੀ ਦੀ ਅਸਲੀਅਤ ਨੂੰ ਨਹੀਂ ਸਮਝਿਆ। ਜੋ ਸਾਨੂੰ ਗੁਰੂ ਉਪਦੇਸ਼ ਦਿੰਦੇ ਨੇ ਕਿ ਸਾਡੀ ਗੁਰਬਾਣੀ ਨੂੰ ਪੜ੍ਹੋ, ਗੁਰਬਾਣੀ ਨੂੰ ਸੁਣੋ ਅਤੇ ਗੁਰਬਾਣੀ ਦੇ ਅਨੁਸਾਰ ਆਪਣਾ ਜੀਵਨ ਢਾਲੋ। ਜੋ ਸਾਨੂੰ ਗੁਰਬਾਣੀ ਕਹਿੰਦੀ ਆ ਉਹ ਕਰੋ।
ਗੁਰਬਾਣੀ ਨੂੰ ਪੜ੍ਹ ਕੇ ਸਿਰਫ ਅਸੀਂ ਇਹ ਨਹੀਂ ਕਹਿ ਦੇਣਾ ਕਿ ਹੁਣ ਗੁਰਬਾਣੀ ਨੂੰ ਪੜ੍ਹ ਲਿਆ ਤੇ ਅਸੀਂ ਧਾਰਮਿਕ ਬਣ ਗਏ। ਇਸ ਤਰ੍ਹਾਂ ਅਸੀਂ ਧਾਰਮਿਕ ਨਹੀਂ ਬਣ ਸਕਦੇ ਜਦੋਂ ਕਿ ਸਾਡਾ ਜਿਹੜਾ ਜੀਵਨ ਆ ਉਹ ਗੁਰਬਾਣੀ ਦੇ ਅਨੁਸਾਰ ਢਲ ਨਹੀਂ ਜਾਂਦਾ। ਵਾਹਿਗੁਰੂ ਵਾਹਿਗੁਰੂ। ਕਥਨੀ ਝੂਠੀ ਜਗ ਪਵੈ, ਰਹਿਣੀ ਸ਼ਬਦ ਸੋ ਸਾਰ। ਕਹਿੰਦੇ ਸਾਰਾ ਜੱਗ ਵੀ ਝੂਠੀ ਕਥਨੀ ਦੇ ਵਿੱਚ ਗਲਤਾਨ ਹੈਗਾ। ਜੋ ਅਸਲ ਜ਼ਿੰਦਗੀ ਹੈਗੀ ਆ ਉਹ ਇਹ ਆ ਕਿ ਸ਼ਬਦ ਜੇ ਸਾਨੂੰ ਗੁਰੂ ਦਾ ਕਹਿ ਰਿਹਾ ਉਹਦੇ ਅਨੁਸਾਰ ਸਾਡੀ ਰਹਿਣੀ ਬਣ ਜਾਵੇ। ਕੇਤੇ ਪੰਡਿਤ ਜੋਤ ਕੀ, ਬੇਦਾਂ ਕਰੇ ਵਿਚਾਰ। ਵਾਦ ਵਿਰੋਧ ਸਲਾਹਣੇ, ਵਾਦੇ ਆਵਣ ਜਾਣ। ਕਹਿੰਦੇ ਕਿੰਨੇ ਹੀ ਪੰਡਿਤ, ਕਿੰਨੇ ਹੀ ਜੋਤਸ਼ੀ ਵੇਦਾਂ ਦੀ ਵਿਚਾਰ ਕਰਦੇ ਨੇ। ਵਿਚਾਰ ਕਰਕੇ ਕਹਿੰਦੇ ਮਤਲਬ ਉਹਦੇ ਉੱਪਰ ਫਿਰ ਆਪ ਵਿਵਾਦ ਕਰਦੇ ਨੇ। ਜਿੱਦਾਂ ਕੋਈ ਕਹਿੰਦਾ ਕਿ ਵੀ ਇਹਦੀ ਆਹ ਵਿਚਾਰ ਚੰਗੀ ਆ, ਕੋਈ ਕਹਿੰਦਾ ਨਹੀਂ ਐਸ ਪੋਥੀ ਦੀ ਵਿਚਾਰ ਚੰਗੀ ਆ। ਫਿਰ ਇੱਦਾਂ ਵਾਧੂ ਦੇ ਮਤਲਬ ਜਿੱਦਾਂ ਕਹਿੰਦੇ ਨੇ ਵੀ ਬਹਿਸਾਂ ਵਿੱਚ ਪੈਂਦੇ ਨੇ, ਪਰ ਜ਼ਿੰਦਗੀ ਦੀ ਅਸਲੀਅਤ ਨੂੰ ਨਹੀਂ ਸਮਝਦੇ। ਇਸ ਤਰ੍ਹਾਂ ਫਿਰ ਉਹ ਜਨਮ ਮਰਨ ਦੇ ਚੱਕਰ ਵਿੱਚ ਪੈ ਰਹਿੰਦੇ ਨੇ। ਬਿਨ ਗੁਰ ਕਰਮ ਨਾ ਛੁੱਟ ਸੀ, ਕਹਿ ਸੁਣ ਆਖ ਵਖਾਣ। ਕਹਿੰਦੇ ਸਿਰਫ ਇਹੀ ਕਿ ਪੋਥੀਆਂ ਦੇ ਵੇਦਾਂ ਦੇ ਪਾਠ ਕਰ ਲਏ, ਸੁਣ ਲਏ। ਕਹਿੰਦੇ ਇਸ ਤਰ੍ਹਾਂ ਵਿਕਾਰਾਂ ਤੋਂ ਖਲਾਸੀ ਨਹੀਂ ਹੁੰਦੀ ਜਦੋਂ ਤੱਕ ਗੁਰੂ ਦੀ ਕਿਰਪਾ ਨਾ ਹੋ ਜਾਏ। ਸਭ ਗੁਣਵੰਤੀ ਆਖੀਐ, ਮੈਂ ਗੁਣ ਨਾਹੀ ਕੋਏ। ਹਰ ਵਰ ਨਾਰ ਸੁਹਾਵਣੀ, ਮੈਂ ਪਾਵੈ ਪ੍ਰਭ ਸੋਏ। ਕਹਿੰਦੇ ਵੀ ਸਾਰੀਆਂ ਪਰਮਾਤਮਾ ਦੀਆਂ ਜਿਹੜੀਆਂ ਹੈਗੀਆਂ ਨੇ ਜੀਵ ਇਸਤਰੀਆਂ ਪਤਨੀਆਂ, ਉਹ ਸਾਰੀਆਂ ਗੁਣਵੰਤੀ ਨੇ। ਪਰ ਕਹਿੰਦੇ ਜਿੱਦਾਂ ਕਿਸੇ ਜੀਵ ਇਸਤਰੀ ਵੱਲੋਂ ਕਹਿ ਰਹੇ ਨੇ ਕਿ ਪਰ ਮੇਰੇ ਵਿੱਚ ਕੋਈ ਗੁਣ ਨਹੀਂ ਹੈਗੇ। ਹਰ ਵਰ ਨਾਰ ਸੁਹਾਵਣੀ, ਮੈਂ ਭਾਵੈ ਪ੍ਰਭ ਸੋਏ। ਕਹਿੰਦੇ ਵੀ ਜੋ ਹੈਗੀ ਆ ਜੀਵ ਇਸਤਰੀ ਪ੍ਰਭੂ ਦੇ ਗੁਣਾਂ ਦੇ ਨਾਲ ਸੁਹਾਗਵੰਤੀ ਬਣੀ ਹੋਈ ਆ, ਫਿਰ ਉਹ ਪਰਮਾਤਮਾ ਨੂੰ ਭਾ ਜਾਂਦੀ ਆ। ਨਾਨਕ ਸ਼ਬਦ ਮਿਲਾਵੜਾ, ਨਾ ਵੇ ਛੋੜਾ ਹੋਏ। ਜਦੋਂ ਕਿਸੇ ਜੀਵ ਇਸਤਰੀ ਦਾ ਗੁਰੂ ਦੇ ਸ਼ਬਦ ਦੇ ਨਾਲ ਪਰਮਾਤਮਾ ਦੇ ਨਾਲ ਮੇਲ ਹੋ ਜਾਂਦਾ, ਫਿਰ ਉਹਦਾ ਪਰਮਾਤਮਾ ਨਾਲੋਂ ਵਿਛੋੜਾ ਨਹੀਂ ਹੁੰਦਾ। ਸ੍ਰੀ ਰਾਗ ਮਹੱਲਾ ਪਹਿਲਾ। ਜਪ ਤਪ ਸੰਜਮ ਸਾਧੀਐ, ਤੀਰਥ ਕੀਚੈ ਵਾਸ। ਪੁੰਨ ਦਾਨ ਚੰਗਿਆਈਆਂ, ਬਿਨ ਸਾਚੇ ਕਿਆ ਤਾਸ। ਜੇਹਾ ਰਾਧੇ ਤੇਹਾ ਲੂਣੈ, ਬਿਨ ਗੁਣ ਜਨਮ ਵਿਨਾਸ਼। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਵੀ ਜੇ ਕੋਈ ਜਪ ਵੀ ਕਰਦਾ ਹੋਵੇ, ਤਪ ਵੀ ਕਰਦਾ ਹੋਵੇ ਤੇ ਆਪਣੇ ਇੰਦਰੀਆਂ ਤੇ ਸੰਜਮ ਵੀ ਰੱਖਦਾ ਹੋਵੇ, ਆਪਣੀਆਂ ਜਿੱਦਾਂ ਉਹਨੇ ਸਰੀਰ ਨੂੰ ਸਾਧਿਆ ਹੋਵੇ ਤੇ ਤੀਰਥਾਂ ਤੇ ਜਾ ਕੇ ਆਪਣਾ ਵਾਸਾ ਕਰ ਲਵੇ, ਪੁੰਨ ਕਰੇ, ਦਾਨ ਕਰੇ, ਚੰਗੇ ਕੰਮ ਕਰੇ, ਪਰ ਇਹ ਸਭ ਕੁਝ ਕਹਿੰਦੇ ਬਿਨ ਸਾਚੇ ਕਿਆ ਤਾਸ। ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਸਭ ਕੁਝ ਵਿਅਰਥ ਆ। ਜਿੱਦਾਂ ਦਾ ਕਹਿੰਦੇ ਜੋ ਕੋਈ ਬੀਜਦਾ ਉੱਦਾਂ ਦਾ ਉਹ ਵੱਢ ਲੈਂਦਾ। ਬਿਨ ਗੁਣ ਜਨਮ ਵਿਨਾਸ਼। ਕਹਿੰਦੇ ਪਰਮਾਤਮਾ ਦੇ ਗੁਣ ਧਾਰਨ ਕਰਨ ਤੋਂ ਬਿਨਾਂ ਸਾਡਾ ਜੀਵਨ ਵਿਅਰਥ ਹੈ। ਮੁੰਦੇ ਗੁਣ ਦਾਸੀ ਸੁਖ ਹੋਏ, ਅਵਗਣ ਤਿਆਗ ਸਮਾਈਐ, ਗੁਰਮਤਿ ਪੂਰਾ ਸੋਏ। ਕਹਿੰਦੇ ਹੇ ਜੀਵ ਇਸਤਰੀ, ਕਹਿੰਦੇ ਪਰਮਾਤਮਾ ਦੇ ਗੁਣਾਂ ਦੀ ਦਾਸੀ ਬਣ ਜਾ, ਫਿਰ ਤੈਨੂੰ ਸੁੱਖ ਮਿਲੂਗਾ। ਜੇ ਪਰਮਾਤਮਾ ਦੇ ਆਤਮਿਕ ਗੁਣ ਆ ਜਾਂਦੇ ਨੇ, ਫਿਰ ਉਹਨਾਂ ਨਾਲ ਆਤਮਿਕ ਸੁੱਖ ਮਿਲਦਾ ਹੈ। ਕਹਿੰਦੇ ਔਗਣ ਤਿਆਗ ਕੇ ਪਰਮਾਤਮਾ ਵਿੱਚ ਸਮਾ ਜਾਣਾ ਚਾਹੀਦਾ। ਗੁਰੂ ਦੀ ਮੱਤ 'ਤੇ ਚੱਲਿਆ ਉਹ ਪਰਮਾਤਮਾ ਮਿਲਦਾ ਹੈ। ਰਹਾਓ। ਵਿਣ ਰਾਸੀ ਵਾਪਾਰੀਆ, ਤੱਕੇ ਕੁੰਡਾਂ ਚਾਰ। ਮੂਲ ਨ ਬੂਝੈ ਆਪਣਾ, ਵਸਤ ਰਹੀ ਕਰਵਾਰ।
ਕਹਿੰਦੇ ਇੱਕ ਵਪਾਰੀ ਜਿਹਦੇ ਕੋਲ ਕੋਈ ਰਾਸੀ ਨਹੀਂ ਹੈਗੀ, ਕੋਈ ਵੱਖਰ ਨਹੀਂ ਹੈਗਾ, ਸੌਦਾ ਨਹੀਂ ਹੈਗਾ, ਕਹਿੰਦਾ ਉਹ ਆਲੇ ਦੁਆਲੇ ਕਹਿੰਦੇ ਮਤਲਬ ਦੇਖ ਰਿਹਾ ਚਾਰੇ ਪਾਸੇ, ਕਿਉਂਕਿ ਉਹਦੇ ਕੋਲ ਹੁਣ ਖਰੀਦੋ ਫਰੋਖਤ ਲਈ ਕੁਛ ਹੈ ਨਹੀਂ ਗਾ, ਹੈ ਨਾ। ਫਿਰ ਕਹਿੰਦੇ ਮੂਲ ਨਾ ਬੂਝੇ ਆਪਣਾ ਵਸਤ ਰਹੀ ਘਰਵਾਰ। ਫਿਰ ਉੱਥੇ ਆ ਜਾਂਦੇ ਨੇ, ਕਹਿੰਦੇ ਵੀ ਜੋ ਜੀਵ ਇਸਤਰੀ ਆਪਣੇ ਮੂਲ ਨੂੰ, ਪਰਮਾਤਮਾ ਨੂੰ ਨਹੀਂ ਪਹਿਚਾਣ ਸਕਦੀ, ਪਰਮਾਤਮਾ ਤਾਂ ਸਾਡੇ ਅੰਦਰ ਆ, ਹਿਰਦੇ 'ਚ, ਉੱਥੋਂ ਅਸਲ 'ਚ ਉਹਨੂੰ ਸਮਝ ਨਹੀਂ ਲੱਗ ਰਹੀ। ਜੇ ਉਹ ਉਸ ਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਕਿ ਮੇਰੇ ਅੰਦਰ ਹੀ ਪਰਮਾਤਮਾ ਹੈਗਾ, ਅਤੇ ਇਸ ਗੱਲ ਦੀ ਸਮਝ ਨਹੀਂ ਹੈਗੀ, ਅਤੇ ਆਲੇ ਦੁਆਲੇ ਮਤਲਬ ਭਾਲਦੀ ਫਿਰਦੀ ਆ। ਵਿਣ ਵੱਖਰ ਦੁੱਖ ਅਗਲਾ, ਕੂੜ ਮੁੱਠੀ ਕੁੜਿਆਰ। ਫਿਰ ਕਹਿੰਦੇ ਉਸ ਅਸਲੀ ਖਜ਼ਾਨੇ ਤੋਂ ਬਿਨਾਂ, ਪਰਮਾਤਮਾ ਦੇ ਨਾਮ ਤੋਂ ਬਿਨਾਂ ਬੜਾ ਦੁੱਖ ਲੱਗਦਾ। ਕਹਿੰਦੇ ਇਸ ਤਰ੍ਹਾਂ, ਕਹਿੰਦੇ ਜਿਸ ਤਰ੍ਹਾਂ ਝੂਠ ਨੇ ਕਹਿੰਦੇ ਉਸ ਨੂੰ ਝੂਠੀ ਬਣਾ ਦਿੱਤਾ, ਠੱਗ ਲਿਆ। ਲਾਹਾ ਅਹਨਿਸ ਨੌਤਨਾ, ਪਰਖੇ ਰਤਨ ਵਿਚਾਰ। ਕਹਿੰਦੇ ਜੋ ਜੀਵ ਇਸਤਰੀ ਆਪਣੇ ਅੰਦਰ ਨਾਮ ਰਤਨ ਦੀ ਪਰਖ ਕਰਦੀ ਆ, ਵਿਚਾਰ ਕਰਦੀ ਆ, ਕਹਿੰਦੇ ਉਹਨੂੰ ਹਰ ਰੋਜ਼ ਹੀ ਨਵਾਂ ਲਾਹਾ ਮਿਲਦਾ। ਵਸਤ ਲਹੇ ਕਰ ਆਪਣੇ, ਚੱਲੈ ਕਾਰਜ ਸਾਰ। ਫਿਰ ਕਹਿੰਦੇ ਉਹ ਆਪਣੇ ਅੰਦਰ ਬੈਠੇ ਪਰਮਾਤਮਾ ਨੂੰ ਪਹਿਚਾਣ ਲੈਂਦੀ ਆ ਅਤੇ ਆਪਣਾ ਜੀਵਨ ਸਫਲਾ ਕਰਕੇ ਜਾਂਦੀ ਆ। ਵਣਜਾਰਿਆਂ ਸਿਉ ਵਣਜ ਕਰ, ਗੁਰਮੁਖ ਬ੍ਰਹਮ ਵਿਚਾਰ। ਕਹਿੰਦੇ ਹੋਰ ਵਣਜਾਰੇ, ਹੋਰ ਸਤਸੰਗੀ, ਉਹਨਾਂ ਦੇ ਨਾਲ ਰਲ ਕੇ ਪਰਮਾਤਮਾ ਦੇ ਨਾਮ ਦਾ ਵਪਾਰ ਕਰੋ, ਅਤੇ ਕਹਿੰਦੇ ਗੁਰੂ ਦੇ ਸਨਮੁਖ ਰਹਿ ਕੇ ਉਸ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰੋ। ਸੰਤਾਂ ਸੰਗਤ ਪਾਈਐ, ਜੇ ਮੇਲੇ ਮੇਲਣਹਾਰ। ਕਹਿੰਦੇ ਜੇ ਉਹ ਪਰਮਾਤਮਾ ਸਾਨੂੰ ਆਪਣੇ ਨਾਲ ਮਿਲਣਾ ਚਾਹੇ, ਕਹਿੰਦੇ ਸੰਤਾਂ ਦੀ ਸੰਗਤ ਵਿੱਚ ਆ ਕੇ ਸਾਨੂੰ ਮੇਲ ਲੈਂਦਾ ਆਪਣੇ ਨਾਲ। ਮਿਲਿਆ ਹੋਏ ਨਾ ਵਿਛੜੈ, ਜਿਸ ਅੰਤਰ ਜੋਤ ਅਪਾਰ। ਕਹਿੰਦੇ ਜਿਸ ਜੀਵ ਦੇ ਅੰਦਰ ਉਸ ਪਰਮਾਤਮਾ ਦੀ ਜੋਤ ਜਗ ਪੈਂਦੀ ਆ, ਕਹਿੰਦੇ ਉਹ ਫਿਰ ਪਰਮਾਤਮਾ ਦੇ ਨਾਲੋਂ ਮਿਲਿਆ ਹੋਇਆ ਵਿਛੜਦਾ ਨਹੀਂ ਗਾ। ਸੱਚੈ ਆਸਣ ਸੱਚ ਰਹੈ, ਸੱਚੈ ਪ੍ਰੇਮ ਪਿਆਰ। ਫਿਰ ਕਹਿੰਦੇ ਉਹਨੂੰ ਸੱਚੇ ਦਾ ਆਸਣ ਪਤਾ ਲੱਗ ਜਾਂਦਾ ਵੀ ਕਿੱਥੇ ਹੈਗਾ, ਫਿਰ ਉਹ ਉਸ ਸੱਚੇ ਦੇ ਨਾਲ ਪ੍ਰੇਮ ਪਿਆਰ ਪਾ ਕੇ ਉੱਥੇ ਹਿਰਦੇ ਘਰ ਵਿੱਚ ਆਪਣੇ ਸੱਚੇ ਦੇ ਨਾਲ ਰਹਿੰਦਾ। ਜਿਨੀ ਆਪ ਪਛਾਣਿਆ, ਘਰ ਮਹਿ ਮਹਿਲ ਸੁਥਾਏ। ਸੱਚੇ ਸੇਤੀ ਰਤਿਆਂ, ਸੱਚੋ ਪੱਲੇ ਪਾਏ। ਕਹਿੰਦੇ ਜਿਹਨੇ ਆਪਣੇ ਹਿਰਦੇ ਘਰ ਵਿੱਚ ਉਸ ਪਰਮਾਤਮਾ ਦੇ ਮਹਿਲ ਦੀ ਪਹਿਚਾਣ ਕਰ ਲਈ ਹੈ ਕਿ ਪਰਮਾਤਮਾ ਮੇਰੇ ਅੰਦਰ ਹਿਰਦੇ ਘਰ ਦੇ ਮਹਿਲ ਵਿੱਚ ਹੈ, ਅਤੇ ਫਿਰ ਕਹਿੰਦੇ ਸੱਚੇ ਦੇ ਸ਼ਬਦ ਦੇ ਵਿੱਚ ਰਚ ਕੇ ਉਹਨੂੰ ਸੱਚੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਆ। ਤਿਰਭਵਨ ਸੋ ਪ੍ਰਭ ਜਾਣੀਐ, ਸਾਚੋ ਸਾਚੇ ਨਾਏ। ਕਹਿੰਦੇ ਜੋ ਉਹ ਸੱਚੇ ਪਰਮਾਤਮਾ ਦੇ ਨਾਂ ਦੇ ਵਿੱਚ ਰਚ ਕੇ ਸੱਚੇ ਹੋ ਜਾਂਦੇ ਨੇ, ਕਹਿੰਦੇ ਉਹ ਫਿਰ ਉਸ ਤਿੰਨਾਂ ਭਵਨਾਂ ਦੇ ਵਿੱਚ ਵਿਆਪਕ ਪਰਮਾਤਮਾ ਦੇ ਨਾਲ ਜਾਣ ਪਛਾਣ ਕਰ ਲੈਂਦੇ ਨੇ। ਸਾਤਨ ਖਰੀ ਸੁਹਾਵਣੀ, ਜਿਨ ਪਿਰ ਜਾਤਾ ਸੰਗ। ਮਹਿਲੀ ਮਹਿਲ ਬੁਲਾਈਐ, ਸੋ ਪਿਰ ਰਾਵੇ ਰੰਗ। ਕਹਿੰਦੇ ਉਹ ਜੀਵ ਇਸਤਰੀ ਜਿਹਨੂੰ ਕਹਿੰਦੇ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਕਿ ਪਰਮਾਤਮਾ ਸਦਾ ਮੇਰੇ ਅੰਗ ਸੰਗ ਆ, ਕਹਿੰਦੇ ਫਿਰ ਪਰਮਾਤਮਾ ਉਸ ਨੂੰ ਆਪਣੇ ਘਰ ਮਹਿਲ ਵਿੱਚ ਬੁਲਾਉਂਦਾ ਹੈ ਅਤੇ ਪਰਮਾਤਮਾ ਦਾ ਉਹਨੂੰ ਮਿਲਾਪ ਪ੍ਰਾਪਤ ਹੁੰਦਾ ਹੈ। ਪਰਮਾਤਮਾ ਦਾ ਘਰ ਮਹਿਲ ਕੀ ਆ? ਸਾਡਾ ਹਿਰਦਾ। ਸੱਚ ਸੁਹਾਗਣ ਸਾ ਭਲੀ, ਪਿਰ ਮੋਹੀ ਗੁਣ ਸੰਗ। ਕਹਿੰਦੇ ਉਹ ਸੁਹਾਗਣ ਇਸਤਰੀ ਪ੍ਰਭੂ ਪਤੀ ਦੀ ਸੁਹਾਗਣ ਆ ਅਤੇ ਸੋਹਣੀ ਆ,
ਕਹਿੰਦੇ ਜਿਹਨੇ ਆਪਣੇ ਗੁਣਾਂ ਦੇ ਨਾਲ ਉਸ ਪ੍ਰਭੂ ਪਤੀ ਦਾ ਦਿਲ ਮੋਹ ਲਿਆ, ਮਨ ਮੋਹ ਲਿਆ। ਭੂਲੀ ਭੂਲੀ ਥਲ ਚੜਾਂ, ਥਲ ਚੜ ਡੂਗਰ ਜਾਓ, ਬਨ ਮਹਿ ਭੂਲੀ ਜੇ ਫਿਰਾਂ, ਬਿਨ ਗੁਰ ਬੂਝ ਨ ਪਾਓ। ਨਾਵੋਂ ਭੂਲੀ ਜੇ ਫਿਰਾਂ, ਫਿਰ ਆਵੋ ਜਾਓ। ਕਹਿੰਦੇ ਜੋ ਕੋਈ ਜੀਵ ਪਰਮਾਤਮਾ ਨੂੰ ਲੱਭਦਾ, ਕਦੇ ਧਰਤੀ 'ਤੇ ਜਾਂਦਾ, ਕਦੇ ਪਹਾੜ 'ਤੇ ਜਾਂਦਾ, ਫਿਰ ਕਦੇ ਗੁਫਾ 'ਤੇ ਜਾਂਦਾ, ਕਦੇ ਜੰਗਲਾਂ 'ਚ ਜਾਂਦਾ, ਪਰ ਕਹਿੰਦੇ ਗੁਰੂ ਤੋਂ ਬਿਨਾਂ ਕਹਿੰਦੇ ਉਸ ਪਰਮਾਤਮਾ ਨੂੰ ਬੁੱਝਿਆ ਨਹੀਂ ਜਾਂਦਾ। ਕਹਿੰਦੇ ਜੇ ਅਸੀਂ ਪਰਮਾਤਮਾ ਦੇ ਨਾਂ ਨੂੰ ਭੁਲਾ ਦਿੰਦੇ ਹਾਂ, ਫਿਰ ਅਸੀਂ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਾਂ। ਪੁੱਛੋ ਜਾਏ ਪਧਾਊਆ, ਚੱਲੇ ਚਾਕਰ ਹੋਏ, ਰਾਜਨ ਜਾਣੈ ਆਪਣਾ, ਦਰ ਕਰ ਠਾਕ ਨ ਹੋਏ। ਨਾਨਕ ਏਕੋ ਰਵ ਰਿਹਾ, ਦੂਜਾ ਅਵਰ ਨ ਕੋਏ। ਫਿਰ ਉਸ ਜੀਵ ਇਸਤਰੀ ਨੂੰ ਜੋ ਮਤਲਬ ਭਟਕਦੀ ਆ, ਕਦੇ ਜੰਗਲਾਂ ਦੇ ਵਿੱਚ, ਕਦੇ ਪਹਾੜਾਂ 'ਚ ਉਸ ਪਰਮਾਤਮਾ ਨੂੰ ਲੱਭਦੀ, ਫਿਰ ਉਹਨੂੰ ਕਹਿੰਦੇ ਨੇ ਕਿ ਪੁੱਛੋ ਜਾਏ ਪਧਾਊਆ, ਚੱਲੇ ਚਾਕਰ ਹੋਏ। ਕਹਿੰਦੇ ਉਹ ਕਹਿੰਦੇ ਜੀਵ ਇਸਤਰੀਆਂ ਜਿਹੜੀਆਂ ਉਸ ਪਰਮਾਤਮਾ ਦੇ ਰਸਤੇ 'ਤੇ ਚੱਲੀਆਂ ਹੋਈਆਂ ਨੇ, ਜਿਹੜੀਆਂ ਉਹਦੀਆਂ ਸੇਵਕ ਉਹਦੀ ਭਗਤੀ ਕਰ ਰਹੀਆਂ ਨੇ, ਉਹਨਾਂ ਤੋਂ ਜਾ ਕੇ ਪੁੱਛੋ ਉਸ ਪਰਮਾਤਮਾ ਦੇ ਘਰ ਦਾ ਰਸਤਾ। ਫਿਰ ਕਹਿੰਦੇ ਰਾਜਨ ਜਾਣੇ ਆਪਣਾ, ਦਰ ਘਰ ਠਾਕ ਨਾ ਹੋਏ। ਉਹ ਜੀਵ ਇਸਤਰੀਆਂ ਜਿਹੜੀਆਂ ਆਪਣੇ ਪ੍ਰਭੂ ਪਤੀ ਰਾਜਨ ਨੂੰ ਜਾਣਦੀਆਂ ਨੇ, ਉਹਦੇ ਨਾਲ ਜਾਣ ਪਹਿਚਾਣ ਹੋ ਗਈ ਆ, ਫਿਰ ਜਦੋਂ ਉਹਦੇ ਦਰ ਘਰ ਜਾਂਦੀਆਂ ਨੇ ਉਹਨਾਂ ਨੂੰ ਕੋਈ ਰੁਕਾਵਟ ਨਹੀਂ ਪੈਂਦੀ, ਕਿਉਂਕਿ ਉਹ ਰਾਜੇ ਨੂੰ ਜਾਣਦੀਆਂ ਨੇ ਜਿਹਦਾ ਮਹਿਲ ਆ। ਨਾਨਕ ਏਕੋ ਰਵ ਰਿਹਾ, ਦੂਜਾ ਅਵਰ ਨਾ ਕੋਏ। ਕਹਿੰਦੇ ਫਿਰ ਉਹਨਾਂ ਦੀ ਅਵਸਥਾ ਕੀ ਹੁੰਦੀ ਆ? ਕਹਿੰਦੇ ਹੇ ਨਾਨਕ, ਉਹ ਜੀਵ ਇਸਤਰੀਆਂ ਜਿਹਨਾਂ ਦੀ ਆਪਣੇ ਰਾਜਨ ਨਾਲ ਜਾਣ ਪਹਿਚਾਣ ਆ, ਜਿਨ੍ਹਾਂ ਦੇ ਫਿਰ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ, ਕਿਉਂਕਿ ਰਾਜੇ ਨਾਲ ਸਿੱਧੀ ਜਾਣ ਪਛਾਣ ਆ, ਅਤੇ ਉਹਨਾਂ ਨੂੰ ਫਿਰ ਕਹਿੰਦੇ ਹਰ ਇੱਕ ਜਗ੍ਹਾ 'ਤੇ ਉਸ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਨਜ਼ਰ ਨਹੀਂ ਆਉਂਦਾ। ਉਹਨਾਂ ਨੂੰ ਹਰ ਇੱਕ ਜਗ੍ਹਾ 'ਤੇ ਉਹ ਪਰਮਾਤਮਾ ਹੀ ਸਮਾਇਆ ਦਿਸਦਾ ਹੈ, ਪਰਮਾਤਮਾ ਹੀ ਵਿਆਪਕ ਦਿਸਦਾ ਹੈ। ਮਤਲਬ ਉਹ ਹਰੀ ਤੋਂ ਬਿਨਾਂ ਕਿਸੇ ਹੋਰ ਨੂੰ ਦੇਖਦੀਆਂ ਹੀ ਨਹੀਂ ਗਈਆਂ। ਜਿੱਦਾਂ ਦੂਸਰੇ ਜੀਵਾਂ ਵਿੱਚ ਵੀ ਉਹਨਾਂ ਨੂੰ ਪਰਮਾਤਮਾ ਹੀ ਨਜ਼ਰ ਆਉਂਦਾ ਹੈ, ਇਸ ਲਈ ਉਹਨਾਂ ਦਾ ਪ੍ਰੇਮ ਸਾਰੀ ਸ੍ਰਿਸ਼ਟੀ ਵਿੱਚ ਹੋ ਜਾਂਦਾ। ਉਹ ਹਰ ਇੱਕ ਨੂੰ ਪਿਆਰ ਦੀ ਨਜ਼ਰ ਨਾਲ ਦੇਖਦੇ ਨੇ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਚੁੱਕਾਂ ਮਾਫ਼ ਕਰਿਓ ਜੀ। ਸਤਿਗੁਰੂ ਜੀ, ਪਰਮੇਸ਼ਰ ਜੀ, ਆਪ ਦੀ ਧੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਗਲਤੀਆਂ, ਭੁੱਲਾਂ ਚੁੱਕਾਂ, ਅਣਜਾਣ ਬੱਚੇ ਨੂੰ ਮੁਆਫ਼ ਕਰਿਓ ਜੀ। ਅੱਗੇ ਤੋਂ ਸਮੱਤ ਬਖਸ਼ਿਓ ਸਤਿਗੁਰੂ ਜੀ। ਸਾਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਦਾਤਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹ।